ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਜਿਵੇਂ ਕਿ ਕੱਲ੍ਹ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚੀ ਬਾਣੀ ਚੰਡੀ ਦੀ ਵਾਰ ਦੇ ਪੂਰੇ ਇਤਿਹਾਸ ਨੂੰ ਸਮਝਿਆ ਸੀ ਕਿ ਕਿਵੇਂ, ਕਿੱਥੇ ਅਤੇ ਕਿਉਂ ਇਸ ਬਾਣੀ ਨੂੰ ਉਚਾਰਿਆ ਗਿਆ। ਇਹ ਬਾਣੀ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚੀਆਂ ਬਾਣੀਆਂ ਦੇ ਵਿੱਚੋਂ ਇੱਕ ਪ੍ਰਮੁੱਖ ਬਾਣੀ ਹੈ। ਵੀਰ ਰਸ ਦੇ ਨਾਲ ਪੂਰੀ ਤਰ੍ਹਾਂ ਭਰਪੂਰ ਹੈ ਇਹ ਬਾਣੀ। ਸੰਗਤ ਜੀ, ਬੜੇ ਸੰਖੇਪ ਵਿੱਚ ਪਹਿਲਾਂ ਅਸੀਂ ਇਸ ਬਾਣੀ ਦੇ ਉਚਾਰਨ ਦੇ ਪਿੱਛੇ ਕੁਝ ਹੋਰ ਕਾਰਨਾਂ ਨੂੰ ਜਾਣਦੇ ਹਾਂ, ਫਿਰ ਇਸ ਬਾਣੀ ਨੂੰ ਪੂਰੀ ਤਰ੍ਹਾਂ ਬੜੇ ਸਰਲ ਤਰੀਕੇ ਦੇ ਨਾਲ ਸਮਝਾਂਗੇ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਭਾਰਤ ਵਾਸੀਆਂ ਦੀ ਜੋ ਸਥਿਤੀ ਸੀ ਉਹ ਬੜੀ ਤਰਸਯੋਗ ਸੀ। ਹਰ ਪਾਸੇ ਧਰਮ ਪਰਿਵਰਤਨ ਨੂੰ ਜਬਰਨ ਕਬੂਲਣ ਦਾ ਜੋ ਭਿਆਨਕ ਵਾਤਾਵਰਣ ਸੀ ਉਹ ਪਸਰਿਆ ਹੋਇਆ ਸੀ। ਹਿੰਦੂ ਜਨਤਾ ਦੀ ਹੋਂਦ ਅਤੇ ਗੌਰਵ ਪੂਰੀ ਤਰ੍ਹਾਂ ਮਿਟ ਚੁੱਕਿਆ ਸੀ। ਉਹਨਾਂ ਦੇ ਮੰਦਿਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਢਾਏ ਜਾ ਰਹੇ ਸੀ। ਹਿੰਦੂ ਧਰਮ ਵਰਗਾਂ ਦੇ ਵਿੱਚ ਵੰਡਿਆ ਹੋਣ ਕਾਰਨ ਉਹਨਾਂ ਦੀ ਏਕਤਾ ਦੀ ਜੋ ਭਾਵਨਾ ਹੈ ਉਹ ਪੂਰੀ ਤਰ੍ਹਾਂ ਮਿਟ ਚੁੱਕੀ ਸੀ। ਵੀਰਤਾ ਦਾ ਜਜ਼ਬਾ ਠੰਡਾ ਹੋ ਚੁੱਕਿਆ ਸੀ। ਇਹ ਪੂਰੀ ਤਰ੍ਹਾਂ ਆਪਣੀ ਅਣਖ ਅਤੇ ਜਾਤੀ ਅਭਿਮਾਨ ਨੂੰ ਪੂਰੀ ਤਰ੍ਹਾਂ ਗਵਾ ਚੁੱਕੇ ਸੀ। ਚੰਡੀ ਦੀ ਵਾਰ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਕੀਤੀ ਜਦੋਂ ਭਾਰਤ ਦੀ ਜਨਤਾ ਦੀ ਹਾਲਤ ਬਹੁਤ ਨਾਜ਼ੁਕ ਸੀ। ਉਹਨਾਂ ਨੂੰ ਨਾ ਹੁਣ ਸਮਾਜਿਕ ਅਤੇ ਮਹਿਜਬੀ ਜੋ ਹੱਕ ਸੀ ਉਹ ਹੁਣ ਪ੍ਰਾਪਤ ਸੀ ਅਤੇ ਨਾ ਹੀ ਮਾਨਸਿਕ ਸ਼ਾਂਤੀ ਹੁਣ ਉਹਨਾਂ ਨੂੰ ਪ੍ਰਾਪਤ ਸੀ। ਸੋ ਸੰਗਤ ਜੀ, ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਹੁਣ ਜਾਣ ਲਿਆ ਕਿ ਜੋ ਜ਼ੁਲਮ ਹੈ ਉਹ ਸ਼ਾਂਤੀ ਦੇ ਨਾਲ ਨਹੀਂ ਸਗੋਂ ਸ਼ਕਤੀ ਦੇ ਨਾਲ ਰੋਕਿਆ ਜਾ ਸਕਦਾ ਹੈ। ਇਸ ਲਈ ਉਹਨਾਂ ਨੇ ਚੰਡੀ ਦੀ ਵਾਰ ਦੀ ਬਾਣੀ ਦੀ ਰਚਨਾ ਕੀਤੀ। ਸੰਗਤ ਜੀ, ਇਹ ਵੀਰ ਰਸ ਦੇ ਨਾਲ ਭਰੀ ਹੋਈ ਬਾਣੀ ਹੈ। ਇਸ ਬਾਣੀ ਦੇ ਵਿੱਚ 55 ਪੌੜੀਆਂ ਹਨ, ਜਿਸ ਦਾ ਇੱਕ ਇੱਕ ਅਕਸ਼ਰ ਜੋ ਹੈ, ਇੱਕ ਇੱਕ ਅੱਖਰ ਜੋ ਹੈ ਉਹ ਸਮਝਣ ਦੇ ਯੋਗ ਹੈ। ਪਰਮਾਤਮਾ ਦੀ ਸੱਚੀ ਉਸਤਤ ਤੋਂ ਇਲਾਵਾ ਇਸ ਬਾਣੀ ਦੇ ਵਿੱਚ ਗੁਰੂ ਸਾਹਿਬ ਦੀ ਕਲਮ ਦੀ ਜਾਦੂਗਰੀ ਦਾ ਕਮਾਲ ਵੀ ਇਸ ਬਾਣੀ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦਾ ਹੈ। ਇਹ ਬਾਣੀ ਨਾ ਕੇਵਲ ਸਾਨੂੰ ਵੀਰ ਰਸ ਦੇ ਨਾਲ ਭਰਦੀ ਹੈ, ਸਗੋਂ ਪਰਮਾਤਮਾ ਦੇ ਨਾਲ ਵੀ ਜੋੜਦੀ ਹੈ। ਇਸ ਬਾਣੀ ਨੂੰ ਪੜ੍ਹਨ ਦਾ ਬਹੁਤ ਫਲ ਦੱਸਿਆ ਗਿਆ ਹੈ। ਬਾਣੀ ਦਾ ਫਲ ਕਿੰਨਾ ਹੈ, ਗੁਰੂ ਗੋਬਿੰਦ ਸਿੰਘ ਜੀ ਇਸ ਬਾਣੀ ਦੀ ਸਭ ਤੋਂ ਲਾਸਟ ਪੌੜੀ ਦੀ ਸਭ ਤੋਂ ਲਾਸਟ ਲਾਈਨ ਵਿੱਚ ਉਹ ਆਪ ਹੀ ਦੱਸਦੇ ਹਨ। ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। ਭਾਵ ਜੋ ਇਸ ਬਾਣੀ ਨੂੰ ਗਾਉਂਦਾ ਹੈ ਉਹ ਆਵਾਗਮਨ ਦੇ ਚੱਕਰਾਂ ਦੇ ਵਿੱਚ ਨਹੀਂ ਪੈਂਦਾ। ਸੋ ਸੰਗਤ ਜੀ, ਹੁਣ ਅਸੀਂ ਇਸ ਬਾਣੀ ਦੇ ਵਿੱਚ ਗੁਰੂ ਜੀ ਕੀ ਦੱਸਦੇ ਹਨ, ਕਿਸ ਘਟਨਾ ਦੀ ਜਾਣਕਾਰੀ ਸਾਨੂੰ ਗੁਰੂ ਜੀ ਦਿੰਦੇ ਹਨ। ਬਾਣੀ ਦੇ ਵਿੱਚ ਕਿਸ ਸੰਗਰਾਮ ਦਾ ਜ਼ਿਕਰ ਹੈ ਉਸ ਨੂੰ ਅਸੀਂ ਜਾਣਦੇ ਹਾਂ। ਸੰਗਤ ਜੀ, ਸਤਿਯੁਗ ਦੇ
ਅੰਤ ਦੇ ਵਿੱਚ ਦੇਵਾਸੁਰ ਨਾਮ ਦਾ ਇੱਕ ਭਾਰੀ ਯੁੱਧ ਹੁੰਦਾ ਹੈ। ਦੇਵਾਸੁਰ ਸੰਗਰਾਮ ਦੇ ਵਿੱਚ ਦੇਵਤਿਆਂ ਦੀ ਹਾਰ ਅਤੇ ਮਹਿਕਾਸੁਰ ਅਤੇ ਸੁੰਭ ਰਾਖਸ਼ਾਂ ਦੀ ਜਿੱਤ ਹੁੰਦੀ ਹੈ। ਫਿਰ ਇਹ ਜਿਹੜੇ ਰਾਖਸ਼ ਨੇ ਦੇਵਤਿਆਂ ਕੋਲੋਂ ਇੰਦਰ ਦਾ ਸਿੰਘਾਸਨ ਵੀ ਖੋਹ ਲੈਂਦੇ ਹਨ ਅਤੇ ਉਹਨਾਂ ਨੂੰ ਇੰਦਰਪੁਰੀ ਦੇ ਵਿੱਚੋਂ ਬਾਹਰ ਕੱਢ ਦਿੰਦੇ ਨੇ। ਫਿਰ ਸਾਰੇ ਦੇਵਤੇ ਇਕੱਠੇ ਹੋ ਕੇ ਦੁਰਗਾ ਦੇਵੀ ਦੇ ਕੋਲ ਸਹਾਇਤਾ ਵਾਸਤੇ ਜਾਂਦੇ ਨੇ। ਜਿਹੜੇ ਰਾਖਸ਼ ਸੀ ਉਹ ਦੇਵੀ ਉੱਪਰ ਵੀ ਭਾਰੀ ਜਿਹੜੇ ਨੇ ਉਹ ਪੈ ਜਾਂਦੇ ਨੇ ਅਤੇ ਫਿਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਰਾਖਸ਼ਾਂ ਨੂੰ ਮਾਰਨ ਦੇ ਲਈ ਦੇਵੀ ਦੀ ਸਹਾਇਤਾ ਕਰਦੇ ਨੇ ਅਤੇ ਫਿਰ ਉਹਨਾਂ ਦਾ ਅੰਤ ਕਰਦੇ ਨੇ। ਇਹ ਹੈ ਇਸ ਬਾਣੀ ਚੰਡੀ ਦੀ ਵਾਰ ਦੀ ਮੁੱਖ ਕਹਾਣੀ। ਇਸ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਬਾਕਮਾਲ ਤਰੀਕੇ ਦੇ ਨਾਲ ਕੀਤੀ ਹੈ। ਵਿਚਾਰ ਦੇ ਵਿੱਚ ਹੋਈਆਂ ਭੁੱਲਾਂ ਨੂੰ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।